ਸਤਿ ਸ੍ਰੀ ਅਕਾਲ ਜੀ। ਅੱਜ ਦੀ ਇਸ ਖਾਸ ਪੇਸ਼ਕਾਰੀ ਵਿੱਚ ਆਪਾਂ ਇੱਕ ਬਹੁਤ ਹੀ ਹੈਰਾਨੀਜਨਕ ਇਤਿਹਾਸਿਕ ਇੱਤਿਫਾਕ ਬਾਰੇ ਗੱਲ ਕਰਨ ਜਾ ਰਹੇ ਹਾਂ। 6 ਮਈ ਸਿੱਖ ਇਤਿਹਾਸ ਦੇ ਅੰਦਰ ਇਹ ਤਾਰੀਖ ਸਾਨੂੰ ਦੋ ਬਿਲਕੁਲ ਵੱਖਰੀਆਂ ਦਿਸ਼ਾਵਾਂ ਵੱਲ ਲੈ ਜਾਂਦੀ ਹੈ। ਇੱਕ ਪਾਸੇ ਗਿਆਨ ਦੀ ਰੋਸ਼ਨੀ ਤੇ ਦੂਜੇ ਪਾਸੇ ਸੰਘਰਸ਼ ਦੀ ਆਵਾਜ਼। ਹੁਣ ਆਪਾਂ ਸੋਚਣ ਤੇ ਮਜਬੂਰ ਹੋ ਜਾਂਦੇ ਹਾਂ ਕਿ ਕੈਲੰਡਰ ਦੀ ਬਿਲਕੁਲ ਇੱਕੋ ਤਾਰੀਖ ਸਿੱਖਿਆ ਦੇ ਸਭ ਤੋਂ ਰੋਸ਼ਨ ਸਵੇਰੇ ਅਤੇ ਬਸਤੀਵਾਦੀ ਹਿੰਸਾ ਦੀ ਇੱਕ ਕਾਲੇ ਦਿਨ ਨੂੰ ਇਕੱਠਿਆਂ ਕਿਵੇਂ ਦਰਸਾ ਸਕਦੀ ਹੈ। ਕਮਾਲ ਦੀ ਗੱਲ ਹੈ ਨਾ। ਆਓ ਇਸ ਵਿਰੋਧਾਭਾਸ ਨੂੰ ਥੋੜਾ ਨੇੜਿਓਂ ਸਮਝਦੇ ਹਾਂ, ਕਿਉਂਕਿ ਇਤਿਹਾਸ ਅਕਸਰ ਸਿੱਧੀਆਂ ਲਕੀਰਾਂ ਵਿੱਚ ਨਹੀਂ ਚੱਲਦਾ। ਇਹ ਅਜਿਹਾ ਘਟਨਾਵਾਂ ਨਾਲ ਭਰਿਆ ਹੁੰਦਾ ਹੈ ਜੋ ਬਿਲਕੁਲ ਉਲਟ ਜਾਪਦੀਆਂ ਹਨ ਪਰ ਅਸਲ ਵਿੱਚ ਮਿਲ ਕੇ ਇੱਕ ਵਿਸ਼ਾਲ ਤਸਵੀਰ ਬਣਾਉਂਦੀਆਂ ਹਨ। ਸੋ ਸਾਡੇ ਇਸ ਅੱਜ ਦੇ ਵਿਸ਼ਲੇਸ਼ਣ ਦਾ ਮੁੱਖ ਮਕਸਦ ਹੈ 6 ਮਈ ਦੀਆਂ ਇਨ੍ਹਾਂ ਦੋ ਵਿਰਾਸਤਾਂ ਯਾਨੀ ਇਸ ਇਤਿਹਾਸਿਕ ਵਿਰੋਧਾਭਾਸ ਨੂੰ ਡੂੰਘਾਈ ਨਾਲ ਸਮਝਣਾ। ਜੇ ਆਪਾਂ ਸਮਾਂ ਰੇਖਾ ਵੱਲ ਧਿਆਨ ਦਈਏ ਤਾਂ ਦੇਖੋ 1892 ਵਿੱਚ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ ਤੇ 1897 ਵਿੱਚ ਇੱਥੇ ਪੜ੍ਹਾਈ ਸ਼ੁਰੂ ਹੁੰਦੀ ਹੈ। ਫਿਰ ਠੀਕ ਕੁਝ ਦਹਾਕਿਆਂ ਬਾਅਦ 1930 ਦੇ ਵਿੱਚ ਬਿਲਕੁਲ ਉਹੀ ਤਾਰੀਖ ਮੁੜ ਆਉਂਦੀ ਹੈ, ਪਰ ਇੱਕ ਬਹੁਤ ਹੀ ਵੱਖਰੇ ਅਤੇ ਦੁਖਦਾਈ ਕਾਰਨ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਬ੍ਰਿਟਿਸ਼ ਪੁਲਿਸ ਦੀ ਗੋਲੀਬਾਰੀ। ਇੱਥੇ ਆਪਾਂ ਇਹਨਾਂ ਦੋਹਾਂ ਵਿਰਾਸਤਾਂ ਦਾ ਸਪਸ਼ਟ ਫਰਕ ਦੇਖ ਸਕਦੇ ਹਾਂ। 1897 ਸਿੱਖਿਆ ਅਤੇ ਸੱਭਿਆਚਾਰਕ ਸੰਭਾਲ ਦਾ ਇੱਕ ਰਚਨਾਤਮਕ ਦੌਰ ਸੀ ਅਤੇ ਦੂਜੀ ਪਾਸੇ 1930 ਜੋ ਕਿ ਵਿਰੋਧ, ਅਸ਼ਾਂਤੀ ਅਤੇ ਸਿਆਸੀ ਜਾਗਰੂਕਤਾ ਦਾ ਪ੍ਰਤੀਕ ਬਣਿਆ। ਇੱਕ ਨੇ ਬੌਧਿਕ ਨੀਂਹ ਰੱਖੀ ਤੇ ਦੂਜੀ ਨੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1897 ਦੀ, ਯਾਨੀ ਗਿਆਨ ਦੀ ਸਵੇਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਉਭਾਰ ਬਾਰੇ। ਹੁਣ ਇਸ ਸ਼ਾਨਦਾਰ ਪ੍ਰਾਪਤੀ ਦੇ ਪਿੱਛੇ ਅਸਲ ਤਾਕਤ ਕੀ ਸੀ? ਉਹ ਸੀ ਸਿੰਘ ਸਭਾ ਲਹਿਰ। ਇਸ ਲਹਿਰ ਦਾ ਉਦੇਸ਼ ਸਿਰਫ ਧਾਰਮਿਕ ਨਹੀਂ ਸੀ, ਬਲਕਿ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਰਾਹੀਂ ਪਹਿਚਾਨ ਨੂੰ ਮਜ਼ਬੂਤ ਕਰਨਾ ਸੀ। ਇਹ ਇੱਕ ਬਹੁਤ ਹੀ ਦੂਰਅੰਦੇਸ਼ੀ ਸੋਚ ਸੀ ਜਿਸ ਨੇ ਮਹਿਸੂਸ ਕੀਤਾ ਕਿ ਆਧੁਨਿਕ ਦੁਨੀਆ ਵਿੱਚ ਆਪਣੀ ਹੋਂਦ ਬਚਾਉਣ ਦਾ ਇੱਕੋ ਇੱਕ ਰਸਤਾ ਮਿਆਰੀ ਸਿੱਖਿਆ ਹੈ। ਤੇ ਇਸ ਵੱਡੇ ਸੁਪਨੇ ਨੂੰ ਹਕੀਕਤ ਬਣਾਉਣਾ ਕੋਈ ਸੌਖਾ ਕੰਮ ਤਾਂ ਸੀ ਨਹੀਂ। ਕਦਮ ਦਰ ਕਦਮ ਦੇਖੀਏ ਤਾਂ ਪਹਿਲਾਂ 1892 ਵਿੱਚ ਸਰ ਜੇਮਜ਼ ਲਾਇਲ ਦੁਆਰਾ ਨੀਂਹ ਪੱਥਰ ਰੱਖਿਆ ਗਿਆ, ਫਿਰ ਕਈ ਸਾਲਾਂ ਦੀ ਭਾਰੀ ਮਿਹਨਤ, ਫੰਡ ਇਕੱਠਾ ਕਰਨਾ ਅਤੇ ਆਖਿਰਕਾਰ ਉਹ ਇਤਿਹਾਸਿਕ ਦਿਨ ਆਇਆ 6 ਮਈ 1897 ਜਦੋਂ ਪਹਿਲੇ ਸਾਲ ਦੀਆਂ ਕਲਾਸਾਂ ਅਧਿਕਾਰਤ ਤੌਰ ਤੇ ਸ਼ੁਰੂ ਹੋਈਆਂ। ਇਹ ਬੇਅੰਤ ਯਤਨਾਂ ਦਾ ਨਤੀਜਾ ਸੀ। ਦਰਅਸਲ ਇਸ ਸਾਰੀ ਮਿਹਨਤ ਦਾ ਨਿਚੋੜ ਇਹ ਸੀ ਰਵਾਇਤੀ ਸਿੱਖ ਕਦਰਾਂ-ਕੀਮਤਾਂ ਅਤੇ ਆਧੁਨਿਕ ਪੱਛਮੀ ਸਿੱਖਿਆ ਦਾ ਸੁਮੇਲ। ਇਹ ਸਿਰਫ ਪੱਛਮੀ ਪੜ੍ਹਾਈ ਕਰਨ ਬਾਰੇ ਨਹੀਂ ਸੀ, ਸਗੋਂ ਇਹ ਯਕੀਨੀ ਬਣਾਉਣਾ ਸੀ ਕਿ ਨੌਜਵਾਨ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿਣ ਤੇ ਨਾਲ ਹੀ ਬ੍ਰਿਟਿਸ਼ ਭਾਰਤੀ ਪ੍ਰਸ਼ਾਸਨ ਵਿੱਚ ਵੀ ਬਰਾਬਰੀ ਦਾ ਮੁਕਾਬਲਾ ਕਰ ਸਕਣ। ਅਤੇ ਜੇ ਆਪਾਂ ਇਸ ਸੰਸਥਾ ਦੀ ਇਮਾਰਤ ਦੀ ਗੱਲ ਕਰੀਏ ਨਾ, ਤਾਂ ਇਹ ਆਪਣੇ ਆਪ ਵਿੱਚ ਇੱਕ ਸ਼ਾਹਕਾਰ ਹੈ। ਮਸ਼ਹੂਰ ਆਰਕੀਟੈਕਟ ਭਾਈ ਰਾਮ ਸਿੰਘ ਜੀ ਦੁਆਰਾ ਡਿਜ਼ਾਈਨ ਕੀਤਾ ਗਿਆ ਇਹ ਖਾਲਸਾ ਕਾਲਜ ਦੁਨੀਆ ਭਰ ਵਿੱਚ ਇੰਡੋ-ਸਾਰਸੈਨਿਕ ਆਰਕੀਟੈਕਚਰ ਦੀਆਂ ਸਭ ਤੋਂ ਬਿਹਤਰੀਨ ਉਦਾਹਰਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੱਭਿਆਚਾਰਕ ਸੰਭਾਲ ਦੀ ਇੱਕ ਸ਼ਾਨਦਾਰ ਭੌਤਿਕ ਮਿਸਾਲ ਹੈ। ਪਰ ਹੁਣ ਆਪਾਂ ਸਮੇਂ ਦੇ ਪਹੀਏ ਨੂੰ ਥੋੜਾ ਅੱਗੇ ਘੁਮਾਉਂਦੇ ਹਾਂ ਅਤੇ ਚੱਲਦੇ ਹਾਂ ਦਹਾਕਿਆਂ ਬਾਅਦ 1930 ਦੇ ਸੰਘਰਸ਼ ਦੇ ਦਿਨ ਵੱਲ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਈ ਅਸ਼ਾਂਤੀ ਵੱਲ। ਇਸ ਘਟਨਾਕ੍ਰਮ ਦੇ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ। 6 ਮਈ 1930 ਨੂੰ ਮਹਾਤਮਾ ਗਾਂਧੀ ਅਤੇ ਹੋਰ ਰਾਸ਼ਟਰੀ ਨੇਤਾਵਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦਿੱਲੀ ਵਿੱਚ ਇੱਕ ਵਿਸ਼ਾਲ ਹੜਤਾਲ ਰੱਖੀ ਗਈ ਸੀ, ਜਿਸ ਨੇ ਪੂਰੇ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਬਿਲਕੁਲ ਉਹੀ 6 ਮਈ ਦੀ ਤਾਰੀਖ ਜੋ ਕਦੇ ਸਿੱਖਿਆ ਦੇ ਜਸ਼ਨ ਨਾਲ ਜੁੜੀ ਸੀ, ਹੁਣ ਇੱਕ ਰਾਜਨੀਤਿਕ ਤੂਫਾਨ ਦੇ ਬਿਲਕੁਲ ਕੇਂਦਰ ਵਿੱਚ ਆ ਗਈ ਸੀ। ਇਤਿਹਾਸਿਕ ਦਸਤਾਵੇਜ਼ਾਂ ਮੁਤਾਬਕ ਇਹ ਵਿਸ਼ਾਲ ਵਿਰੋਧ ਪ੍ਰਦਰਸ਼ਨ ਜਲਦੀ ਹੀ ਇੱਕ ਅਰਾਜਕਤਾ ਵਾਲੀ ਸਥਿਤੀ ਵਿੱਚ ਬਦਲ ਗਿਆ। ਬ੍ਰਿਟਿਸ਼ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਨੇ ਦਿੱਲੀ ਦੇ ਭੀੜ ਭੜੱਕੇ ਵਾਲੇ ਚਾਂਦਨੀ ਚੌਕ ਇਲਾਕੇ ਤੱਕ ਲੋਕਾਂ ਦਾ ਪਿੱਛਾ ਕੀਤਾ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੋਂ ਬਚਣ ਲਈ ਗੁਰਦੁਆਰਾ ਸੀਸਗੰਜ ਸਾਹਿਬ ਦੇ ਗੇਟਾਂ ਦੇ ਨੇੜੇ ਜਾਂ ਅੰਦਰ ਪਨਾਹ ਲੈ ਲਈ। ਆਪਾਂ ਸਭ ਜਾਣਦੇ ਹਾਂ ਕਿ ਇਹ ਕੋਈ ਆਮ ਜਗ੍ਹਾ ਨਹੀਂ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜੋ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਸਰੋਤ ਦੱਸਦੇ ਹਨ ਕਿ ਪੁਲਿਸ ਬਲਾਂ ਨੇ ਉੱਥੇ ਪਨਾਹ ਲਏ ਪ੍ਰਦਰਸ਼ਨਕਾਰੀਆਂ ਤੇ ਸਿੱਧੀ ਗੋਲੀਬਾਰੀ ਕੀਤੀ। ਇਹ ਇਤਿਹਾਸ ਦਾ ਬਹੁਤ ਹੀ ਕਠੋਰ ਪਲ ਸੀ।
ਇਸ ਕਾਰਵਾਈ ਦੇ ਨਤੀਜੇ ਬਹੁਤ ਡੂੰਘੇ ਅਤੇ ਭਾਵਨਾਤਮਕ ਸਨ। ਗੋਲੀਬਾਰੀ ਨਾਲ ਪਵਿੱਤਰ ਅਸਥਾਨ ਦੀਆਂ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਪੈ ਗਏ ਸਨ। ਇਸ ਨੂੰ ਸਿਰਫ ਕੋਈ ਸੰਪਤੀ ਦਾ ਨੁਕਸਾਨ ਨਹੀਂ, ਬਲਕਿ ਇੱਕ ਬੇਅਦਬੀ ਦੀ ਸਿੱਧੀ ਕਾਰਵਾਈ ਵਜੋਂ ਦੇਖਿਆ ਗਿਆ, ਜਿਸ ਨੇ ਸੁਭਾਵਿਕ ਤੌਰ ਤੇ ਵਿਆਪਕ ਰੋਸ ਅਤੇ ਗੁੱਸਾ ਪੈਦਾ ਕੀਤਾ। ਹੁਣ ਸਵਾਲ ਇਹ ਹੈ ਕਿ ਇਹਨਾਂ ਦੋਹਾਂ ਘਟਨਾਵਾਂ ਨੇ ਮਿਲ ਕੇ ਆਧੁਨਿਕ ਪਛਾਣ ਦੀ ਸਿਰਜਣਾ ਕਿਵੇਂ ਕੀਤੀ? ਆਓ ਇਸ ਗਿਆਨ ਅਤੇ ਸੰਘਰਸ਼ ਦੇ ਸੁਮੇਲ ਨੂੰ ਸਮਝਦੇ ਹਾਂ। ਦੇਖੋ, ਇਤਿਹਾਸ ਸਿਰਫ ਘਟਨਾਵਾਂ ਨਹੀਂ ਹੈ, ਸਗੋਂ ਉਹਨਾਂ ਦਾ ਪ੍ਰਭਾਵ ਹੈ। ਇਸ ਇੱਕੋ ਘਟਨਾ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ। ਇਸ ਨੇ ਭਾਰਤੀ ਸੁਤੰਤਰਤਾ ਅੰਦੋਲਨ ਲਈ ਸਿੱਖ ਸਮਰਥਨ ਨੂੰ ਹੋਰ ਮਜ਼ਬੂਤ ਕੀਤਾ। ਇਸ ਦੁਖਾਂਤ ਦੀ ਜਾਂਚ ਲਈ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਅਤੇ ਇਸ ਨੇ ਸ਼੍ਰੋਮਣੀ ਅਕਾਲੀ ਦਲ ਵਰਗੇ ਸੰਗਠਨਾਂ ਦੇ ਬ੍ਰਿਟਿਸ਼ ਸ਼ਾਸਨ ਵਿਰੋਧੀ ਸੰਘਰਸ਼ ਨੂੰ ਇੱਕ ਵੱਡਾ ਹੁਲਾਰਾ ਦਿੱਤਾ। ਮਤਲਬ, ਗੁੱਸਾ ਇੱਕ ਵੱਡੀ ਸਿਆਸੀ ਲਹਿਰ ਵਿੱਚ ਬਦਲ ਗਿਆ। ਜੇ ਆਪਾਂ ਇਸ ਸਾਰੇ ਘਟਨਾਕ੍ਰਮ ਦਾ ਸਾਰ ਕੱਢੀਏ ਤਾਂ ਇਹ ਬਿਲਕੁਲ ਸਪਸ਼ਟ ਹੁੰਦਾ ਹੈ। 1897 ਵਿੱਚ ਖਾਲਸਾ ਕਾਲਜ ਨੇ ਇੱਕ ਮਜ਼ਬੂਤ ਬੌਧਿਕ ਅਤੇ ਸੱਭਿਆਚਾਰਕ ਨੀਂਹ ਰੱਖੀ ਤੇ ਫਿਰ 1930 ਦੀ ਗੁਰਦੁਆਰਾ ਗੋਲੀਬਾਰੀ ਨੇ ਸਿਆਸੀ ਏਕਤਾ ਅਤੇ ਹੱਕਾਂ ਲਈ ਲੜਨ ਦਾ ਜਜ਼ਬਾ ਪੈਦਾ ਕੀਤਾ। ਇਨ੍ਹਾਂ ਦੋਵਾਂ ਨੇ ਮਿਲ ਕੇ ਹੀ ਇੱਕ ਮਜ਼ਬੂਤ ਅਤੇ ਆਧੁਨਿਕ ਪਹਿਚਾਣ ਘੜੀ ਹੈ। ਇੱਥੇ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ 6 ਮਈ ਦੀਆਂ ਇਨ੍ਹਾਂ ਦੋਹਰੀ ਵਿਰਾਸਤਾਂ ਦੇ ਇੱਕ ਕੀਮਤੀ ਇਤਿਹਾਸਿਕ ਨੋਟ ਪਟਨਾ ਸਾਹਿਬ ਵਾਲੇ ਭਾਈ ਹਰਚਰਨ ਸਿੰਘ ਜੀ ਦੁਆਰਾ ਬਹੁਤ ਹੀ ਸੰਜੀਦਗੀ ਨਾਲ ਸੰਭਾਲੇ ਗਏ ਹਨ। ਉਨ੍ਹਾਂ ਦੇ ਇਸੇ ਯਤਨ ਸਦਕਾ ਅੱਜ ਅਸੀਂ ਇਸ ਮਹੱਤਵਪੂਰਨ ਤਾਰੀਖ ਦੇ ਦੋਵਾਂ ਪਹਿਲੂਆਂ ਦਾ ਇਹ ਵਿਸ਼ਲੇਸ਼ਣ ਕਰ ਸਕੇ ਹਾਂ। ਸੋ ਅੰਤ ਵਿੱਚ ਇਹ ਸਭ ਸਾਨੂੰ ਇੱਕ ਡੂੰਘੀ ਸੋਚ ਵਿਚਾਰ ਲਈ ਛੱਡ ਜਾਂਦਾ ਹੈ। ਕੋਈ ਵੀ ਸਮਾਜ ਆਪਣੀਆਂ ਸਭ ਤੋਂ ਵੱਡੀਆਂ ਬੌਧਿਕ ਪ੍ਰਾਪਤੀਆਂ ਅਤੇ ਸੰਘਰਸ਼ ਦੇ ਸਭ ਤੋਂ ਕਾਲੇ ਦਿਨਾਂ ਦੇ ਵਿਚਕਾਰਲੇ ਇਸ ਡੂੰਘੇ ਅੰਤਰ ਦੁਆਰਾ ਕਿਵੇਂ ਬਣਦਾ ਹੈ? ਕੀ ਅਸੀਂ ਕਹਿ ਸਕਦੇ ਹਾਂ ਕਿ ਕਲਮ ਅਤੇ ਕੁਰਬਾਨੀ, ਸਿੱਖਿਆ ਅਤੇ ਸੰਘਰਸ਼ ਦੋਵੇਂ ਹੀ ਸਾਡੀ ਹੋਂਦ ਨੂੰ ਆਕਾਰ ਦੇਣ ਲਈ ਬਰਾਬਰ ਦੇ ਜ਼ਰੂਰੀ ਹਨ? ਇਸ ਬਾਰੇ ਜ਼ਰੂਰ ਸੋਚਿਓ। ਅੱਜ ਲਈ ਇੰਨਾ ਹੀ।